7ਵੀਂ ਕਲਾਸ ਦੇ ਪਿਆਰੇ ਬੱਚਿਓ, ਆਪਾਂ ਸਾਇੰਸ ਦਾ ਪਹਿਲਾ ਚੈਪਟਰ ਪੜਾਂਗੇ ਨਿਊਟ੍ਰੀਸ਼ਨ ਇਨ ਪਲਾਂਟਸ। ਪੌਦਿਆਂ ਦੇ ਵਿੱਚ ਪੋਸ਼ਣ ਕਿਰਿਆ ਕਿਵੇਂ ਹੁੰਦੀ ਆ। ਇਨ ਕਲਾਸ 6 ਯੂ ਲਰਨ ਦੈਟ ਫੂਡ ਇਜ਼ ਐਸੈਂਸ਼ੀਅਲ ਫॉर ਆਲ ਲਿਵਿੰਗ ਆਰਗੈਨਿਜ਼ਮ। 6ਵੀਂ ਕਲਾਸ ਤੁਸੀਂ ਪੜ੍ਹਿਆ ਕਿ ਜਿਹੜਾ ਫੂਡ ਆ, ਭੋਜਨ ਆ, ਉਹ ਸਾਰੇ ਜਿਉਂਦੇ ਜੀਵਾਂ ਲਈ ਜ਼ਰੂਰੀ ਹੁੰਦਾ। ਯੂ ਆਲਸੋ ਲਰਨ ਦੈਟ ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟ, ਵਿਟਾਮਿਨ, ਮਿਨਰਲਸ ਆਰ ਕੰਪੋਨੈਂਟਸ ਆਫ ਫੂਡ। ਇਹ ਜਿਹੜੇ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਵਿਟਾਮਿਨ, ਇਹ ਸਾਰੇ ਕੀ ਨੇ ਬੇਟਾ, ਇਹ ਜਿਹੜੇ ਹੈ ਭੋਜਨ ਦੇ ਮੇਨ ਕੰਪੋਨੈਂਟ ਨੇ, ਮੁੱਖ ਤੱਤ ਨੇ। ਦਿਸ ਕੰਪੋਨੈਂਟਸ ਆਫ ਫੂਡ ਆਰ ਨੈਸੈਸਰੀ ਫਾਰ ਆਵਰ ਬੋਡੀ। ਇਹ ਸਾਰੇ ਤੱਤ ਸਾਡੀ ਬੋਡੀ, ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਨੇ ਐਂਡ ਇਹਨਾਂ ਨੂੰ ਨਿਊਟ੍ਰੀਐਂਟਸ ਕਿਹਾ ਜਾਂਦਾ। ਆਲ ਲਿਵਿੰਗ ਆਰਗੈਨਿਜ਼ਮ ਰਿਕੁਆਇਰ ਫੂਡ। ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਦੇ ਲਈ ਭੋਜਨ ਦੀ ਲੋੜ ਹੁੰਦੀ ਆ। ਪਲਾਂਟਸ ਕੈਨ ਮੇਕ ਦੇਅਰ ਓਨ ਫੂਡ ਬਟ ਐਨੀਮਲਸ ਇਨਕਲੂਡਿੰਗ ਹਿਊਮਨਸ ਕੈਨ ਨਾਟ। ਜਿੰਨੇ ਵੀ ਗ੍ਰੀਨ ਪਲਾਂਟਸ ਨੇ ਇਹ ਸਾਰੇ ਆਪਣਾ ਭੋਜਨ ਆਪ ਬਣਾ ਸਕਦੇ ਨੇ, ਪਰ ਐਨੀਮਲਸ ਨਹੀਂ ਬਣਾ ਸਕਦੇ। ਦੇ ਗੈਟ ਇਟ ਫਰੋਮ ਪਲਾਂਟਸ ਔਰ ਐਨੀਮਲਸ ਦੈਟ ਈਟ ਪਲਾਂਟਸ। ਜਿਹੜੇ ਹਿਊਮਨਸ ਨੇ ਉਹ ਆਪਣਾ ਭੋਜਨ ਪਲਾਂਟਸ ਤੋਂ ਲੈਂਦੇ ਆ ਜਾਂ ਹੋਰ ਐਨੀਮਲਸ ਤੋਂ ਲੈਂਦੇ ਆ ਜਿਹੜੇ ਐਨੀਮਲ ਪਲਾਂਟ ਖਾਂਦੇ ਹੋਣ। Thus humans and animals are directly or indirectly depend on plants. ਸੋ ਹਿਊਮਨ ਤੇ ਐਨੀਮਲਸ ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪਲਾਂਟਸ ਦੇ ਉੱਪਰ ਡਿਪੈਂਡ ਕਰਦੇ ਆ। ਨੋ ਮੋਡ ਆਫ ਨਿਊਟ੍ਰੀਸ਼ਨ ਇਨ ਪਲਾਂਟਸ। ਪੌਦਿਆਂ ਦੇ ਵਿੱਚ ਜਿਹੜਾ ਨਿਊਟ੍ਰੀਸ਼ਨ ਦਾ ਕੀ ਮੋਡ ਹੈ। ਪਲਾਂਟਸ ਆਰ ਦੇ ਓਨਲੀ ਆਰਗੈਨਿਜ਼ਮ ਦੈਟ ਕੈਨ ਪ੍ਰੀਪੇਅਰ ਫੂਡ ਫॉर ਦੈਮਸੈਲਵਸ ਬਾਈ ਯੂਜ਼ਿੰਗ ਵਾਟਰ, ਕਾਰਬਨ ਡਾਈਆਕਸਾਈਡ ਐਂਡ ਮਿਨਰਲਸ। ਇਕੱਲੇ ਪੌਦੇ ਹੀ ਆ ਜਿਹੜੇ ਆਪਣਾ ਭੋਜਨ ਆ ਜਿਹੜੇ ਖੁਦ ਬਣਾ ਸਕਦੇ ਨੇ, ਪਾਣੀ ਦੀ ਵਰਤੋਂ ਕਰਕੇ, ਕਾਰਬਨ ਡਾਈਆਕਸਾਈਡ ਦੀ ਮੌਜੂਦਗੀ ਵਿੱਚ ਤੇ ਮਿਨਰਲਸ ਦੀ ਮੌਜੂਦਗੀ ਵਿੱਚ। ਰਾ ਮਟੀਰੀਅਲਸ ਆਰ ਪ੍ਰੈਜ਼ੈਂਟ ਇਨ ਦੇਅਰ ਸਰਾਊਂਡਿੰਗਸ। ਅਤੇ ਇਹ ਭੋਜਨ ਬਣਾਉਣ ਦੇ ਲਈ ਜਿਹੜਾ ਰਾ ਮਟੀਰੀਅਲ ਆ, ਕੱਚਾ ਸਮਾਨ ਆ, ਉਹ ਆਲੇ ਦੁਆਲੇ ਵਿੱਚੋਂ ਪ੍ਰਾਪਤ ਕਰਦੇ ਆ। ਦ ਨਿਊਟ੍ਰੀਐਂਟਸ ਇਨੇਬਲ ਲਿਵਿੰਗ ਆਰਗੈਨਿਜ਼ਮਸ ਟੂ ਬਿਲਡ ਦੇਅਰ ਬੋਡੀਜ਼, ਟੂ ਗਰੋ, ਟੂ ਰਿਪੇਅਰ ਡੈਮੇਜਡ ਪਾਰਟਸ ਆਫ ਦੇਅਰ ਬੋਡੀਜ਼। ਜਿਹੜੇ ਨਿਊਟ੍ਰੀਐਂਟਸ ਨੇ ਇਹ ਲਿਵਿੰਗ ਆਰਗੈਨਿਜ਼ਮਸ ਦੀ ਬੋਡੀਜ਼ ਦੇ ਵਿੱਚ ਹੈਲਪ ਕਰਦੇ ਨੇ, ਬੋਡੀਜ਼ ਨੂੰ ਗਰੋ ਕਰਨ ਲਈ, ਵਧਣ ਲਈ। ਜਿਹੜੇ ਡੈਮੇਜਡ ਬੋਡੀ ਸੈੱਲ ਹੁੰਦੇ ਨੇ, ਬੋਡੀ ਪਾਰਟਸ ਹੁੰਦੇ ਨੇ, ਉਸ ਨੂੰ ਉਹਦੀ ਮੁਰੰਮਤ ਕਰਨ ਲਈ ਐਂਡ ਪ੍ਰੋਵਾਈਡ ਐਨਰਜੀ ਟੂ ਕੈਰੀ ਆਊਟ ਲਾਈਫ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਜਿਉਣ ਦੇ ਲਈ ਇਹਨਾਂ ਨਿਊਟ੍ਰੀਐਂਟਸ ਤੋਂ ਊਰਜਾ ਮਿਲਦੀ ਆ। ਨਿਊਟ੍ਰੀਸ਼ਨ ਇਜ਼ ਦਾ ਮੋਡ ਆਫ ਟੇਕਿੰਗ ਫੂਡ ਬਾਈ ਐਨ ਆਰਗੈਨਿਜ਼ਮ। ਜਿਹੜੇ ਨਿਊਟ੍ਰੀਸ਼ਨ ਆ ਇਹ ਇੱਕ ਪ੍ਰੋਸੈਸ ਹੈ ਫੂਡ ਲੈਣ ਦੀ, ਜਿਹਦੇ ਵਿੱਚ ਆਰਗੈਨਿਜ਼ਮ ਭੋਜਨ ਲੈਂਦਾ ਐਂਡ ਇਟਸ ਯੂਟੀਲਾਈਜੇਸ਼ਨ ਬਾਈ ਦਾ ਬੋਡੀ, ਅਤੇ ਆਪਣੀ ਬੋਡੀ ਦੁਆਰਾ ਇਸ ਦੀ ਵਰਤੋਂ ਕਰਦਾ। ਮੋਡ ਆਫ ਨਿਊਟ੍ਰੀਸ਼ਨ ਇਨ ਵਿਚ ਆਰਗੈਨਿਜ਼ਮ ਕੈਨ ਮੇਕ ਦੈਮਸੈਲਵਸ ਫਰੋਮ ਸਿੰਪਲ ਸਬਸਟੈਂਸਿਸ ਕਾਲਡ ਆਟੋਟ੍ਰੋਪਸ। ਇਹ ਜਿਹੜਾ ਨਿਊਟ੍ਰੀਸ਼ਨ ਦਾ ਸਿੰਪਲ ਮੋਡ ਹੈ ਆਰਗੈਨਿਜ਼ਮ ਦੇ ਵਿੱਚ ਫੂਡ ਬਣਾਉਣ ਦਾ ਜਾਂ ਫੂਡ ਲੈਣ ਦਾ, ਇੱਕ ਸਿੰਪਲ ਸਬਸਟੈਂਸਿਸ ਤੋਂ, ਸਧਾਰਨ ਪਦਾਰਥਾਂ ਤੋਂ, ਉਸ ਨੂੰ ਕਹਿੰਦੇ ਨੇ ਆਟੋਟ੍ਰੋਪਸ। ਆਟੋ ਮਤਲਬ ਸੈਲਫ, ਟ੍ਰੋਪ ਮਤਲਬ ਨਿਊਰਿਸ਼ਮੈਂਟ। ਸੋ ਪਲਾਂਟਸ ਆਰ ਕਾਲਡ ਆਟੋਟ੍ਰੋਪਸ। ਜਿਹੜਾ ਪਲਾਂਟਸ ਨੂੰ ਆਟੋਟ੍ਰੋਪਸ ਕਿਹਾ ਜਾਂਦਾ ਕਿਉਂਕਿ ਇਹ ਆਪਣਾ ਭੋਜਨ ਖੁਦ ਬਣਾਉਂਦੇ ਆ। ਐਨੀਮਲਸ ਐਂਡ ਮੋਸਟ ਅਦਰ ਆਰਗੈਨਿਜ਼ਮਸ ਟੇਕ ਇਨ ਰੈਡੀ ਮੇਡ ਫੂਡ ਪ੍ਰੀਪੇਅਰਡ ਬਾਈ ਦਾ ਪਲਾਂਟਸ, ਦੇ ਆਰ ਕਾਲਡ ਹੀਟੋਟ੍ਰੋਪਸ। ਦੂਸਰੇ ਪਾਸੇ ਜਿਹੜੇ ਐਨੀਮਲਸ ਜਾਂ ਹੋਰ ਜੀਵਸ ਨੇ ਉਹ ਰੈਡੀ ਕੀਤਾ ਭੋਜਨ ਆ ਜਿਹੜਾ ਪਲਾਂਟਸ ਦੁਆਰਾ, ਉਸ ਨੂੰ ਯੂਜ਼ ਕਰਦੇ ਆ। ਸੋ ਇਹਨਾਂ ਨੂੰ ਹੀਟੋਟ੍ਰੋਪਸ ਕਿਹਾ ਜਾਂਦਾ। ਹੀਟਰੋ ਮਤਲਬ ਅਦਰਸ। ਨੋ ਵੀ ਮੇ ਆਸਕ ਵੀਅਰ ਫੂਡ ਫੈਕਟਰੀਜ਼ ਆਫ ਪਲਾਂਟਸ ਆਰ ਲੋਕੇਟਡ। ਹੁਣ ਇਹ ਜਿਹੜੀਆਂ ਭੋਜਨ ਬਣਾਉਣ ਤੋਂ ਬਾਅਦ ਪਲਾਂਟ ਦੇ ਵਿੱਚ ਇਹ ਭੋਜਨ ਕਿੱਥੇ ਸਟੋਰ ਹੁੰਦਾ, ਫੂਡ ਫੈਕਟਰੀ ਪਲਾਂਟ ਦੇ ਵਿੱਚ ਕਿਹੜੀ ਜਗ੍ਹਾ ਹੈ, ਇਹਦੇ ਬਾਰੇ ਗੱਲ ਕਰਾਂਗੇ। ਵੈਦਰ ਫੂਡ ਇਜ਼ ਮੇਡ ਇਨ ਆਲ ਪਾਰਟਸ ਆਫ ਪਲਾਂਟ ਔਰ ਓਨਲੀ ਇਨ ਸਰਟਨ ਪਾਰਟਸ। ਕਿ ਭੋਜਨ ਜਿਹੜਾ ਹੈ ਉਹ ਪਲਾਂਟਸ ਦੇ ਸਾਰੇ ਭਾਗਾਂ ਵਿੱਚ ਸਟੋਰ ਹੁੰਦਾ ਜਾਂ ਕੁਝ ਪਾਰਟਸ ਤੱਕ। ਹਾਊ ਡੂ ਪਲਾਂਟਸ obtain ਰਾ ਮਟੀਰੀਅਲਸ ਫਰੋਮ ਦਾ ਸਰਾਊਂਡਿੰਗਸ। ਆਲੇ ਦੁਆਲੇ ਤੋਂ ਪਲਾਂਟਸ ਨੇ ਜਿਹੜੇ ਪੌਦੇ ਆ ਉਹ ਰਾ ਮਟੀਰੀਅਲਸ ਕਿਵੇਂ ਲੈਂਦੇ ਆ। ਹਾਊ ਡੂ ਦੀ ਟਰਾਂਸਪੋਰਟ ਦੈਮ ਟੂ ਦਾ ਫੂਡ ਫੈਕਟਰੀਜ਼ ਆਫ ਦੀ ਪਲਾਂਟਸ। ਅਤੇ ਅੱਗੇ ਜਿਹੜੇ ਇਹ ਫੂਡ ਫੈਕਟਰੀਜ਼ ਦੇ ਵਿੱਚ ਭੋਜਨ ਸਟੋਰ ਹੋਇਆ ਹੁੰਦਾ ਉਹ ਪਲਾਂਟਸ ਦੇ ਬਾਕੀ ਹਿੱਸਿਆਂ ਤੱਕ ਕਿਵੇਂ ਪਹੁੰਚਦਾ। ਅੱਗੇ ਵੀ ਫੋਟੋਸਿੰਥੇਸਿਸ, ਫੂਡ ਮੇਕਿੰਗ ਪ੍ਰੋਸੈਸ ਇਨ ਪਲਾਂਟਸ। ਫੋਟੋਸਿੰਥੇਸਿਸ ਦਾ ਮਤਲਬ ਹੁੰਦਾ ਜਿਹੜੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਹੁੰਦੀ ਹੈ ਪੌਦਿਆਂ ਵਿੱਚ। ਲੀਵਸ ਆਰ ਫੂਡ ਫੈਕਟਰੀਜ਼ ਆਫ ਪਲਾਂਟਸ। ਸਭ ਤੋਂ ਪਹਿਲੀ ਗੱਲ, ਜਿਹੜੇ ਲੀਵਸ ਨੇ, ਪੱਤੇ ਆ, ਉਹ ਪਲਾਂਟਸ ਦਾ ਮੁੱਖ ਫੂਡ ਫੈਕਟਰੀਜ਼ ਆ। ਦੇ ਸਿੰਥੇਸਾਈਜ਼ ਆਫ ਫੂਡ ਇਨ ਪਲਾਂਟਸ occur in leaves।
ਜਿਹੜਾ ਭੋਜਨ ਬਣਦਾ ਹੈ ਉਹ ਲੀਵਸ ਦੇ ਵਿੱਚ ਸਿੰਥੇਸਾਈਜ਼ ਹੁੰਦਾ। ਦੇਅਰਫੋਰ ਆਲ ਦਾ ਰਾ ਮਟੀਰੀਅਲਸ ਮਸਟ ਰੀਚ ਦੇਅਰ। ਵਾਟਰ ਮਿਨਰਲਸ ਪ੍ਰੈਜ਼ੈਂਟ ਇਨ ਸੋਇਲ ਆਰ ਐਬਜ਼ੋਰਬਡ ਬਾਈ ਰੂਟਸ। ਜਿਹੜਾ ਵਾਟਰ ਅਤੇ ਮਿਨਰਲਸ ਆ ਪੌਦੇ ਨੂੰ ਜਿਹੜਾ ਚਾਹੀਦਾ ਹੁੰਦਾ ਉਹ ਮਿੱਟੀ 'ਚ ਹੁੰਦਾ, ਸੋਇਲ 'ਚ ਹੁੰਦਾ। ਇਹ ਜਿਹੜੀਆਂ ਪੌਦੇ ਦੀਆਂ ਰੂਟਸ ਨੇ ਇਹਨਾਂ ਦੁਆਰਾ ਐਬਜ਼ੋਰਬ ਕਰ ਲਿਆ ਜਾਂਦਾ। ਐਬਜ਼ੋਰਬ ਮਤਲਬ ਸੋਖ ਲਿਆ ਜਾਂਦਾ। ਐਂਡ ਟਰਾਂਸਪੋਰਟਡ ਮਤਲਬ ਸਥਾਨਾਂਤਰ ਵੀ ਇੱਕ ਜਗ੍ਹਾ ਤੋਂ ਦੂਸਰੀ ਜਾਂ ਜੜ੍ਹਾਂ ਤੋਂ। ਇਹ ਜਿਹੜਾ ਫੂਡ ਸਟੋਰ ਰੂਟਸ ਦੁਆਰਾ ਐਬਜ਼ੋਰਬ ਕੀਤਾ ਜਾਂਦਾ, ਇਸ ਨੂੰ ਟਰਾਂਸਪੋਰਟ ਕੀਤਾ ਜਾਂਦਾ ਪੌਦੇ ਦੇ ਬਾਕੀ ਭਾਗਾਂ ਤੱਕ। ਟੂ ਦਾ ਲੀਵਸ, ਕਾਰਬਨ ਡਾਈਆਕਸਾਈਡ from air is taken in through the tiny pores present on surface of leaves। ਜਿਹੜੀ ਲੀਵਸ ਦੇ ਵਿੱਚ ਛੋਟੇ ਛੋਟੇ ਸੁਰਾਖ ਹੁੰਦੇ ਨੇ, ਟਾਈਨੀ ਪੋਰਸ, ਜਿਹਨੂੰ ਸਟੋਮੇਟਾ ਕਿਹਾ ਜਾਂਦਾ। ਕਾਰਬਨ ਡਾਈਆਕਸਾਈਡ ਆ ਜਿਹੜੀ ਇਸ ਸੁਰਾਖਸ ਦੇ ਵਿੱਚ ਦੀ ਟਾਈਨੀ ਪੋਰਸ ਦੇ ਥਰੂ ਲੀਵਸ ਪ੍ਰਾਪਤ ਕਰਦੇ ਆ। ਥੀਸ ਪੋਰਸ ਸਰਾਊਂਡਡ ਬਾਈ ਗਾਰਡ ਸੈਲਸ ਐਂਡ ਸੱਚ ਪੋਰਸ ਆਰ ਕਾਲਡ ਸਟੋਮੇਟਾ। ਵਾਟਰ ਐਂਡ ਮਿਨਰਲਸ ਆਰ ਟਰਾਂਸਪੋਰਟਡ ਟੂ ਲੀਵਸ ਬਾਈ ਵੈਸਲਸ। ਅੱਗੇ ਜਿਹੜੇ ਵਾਟਰ ਅਤੇ ਮਿਨਰਲਸ ਆ ਉਹ ਕਿਵੇਂ ਟਰਾਂਸਪੋਰਟਡ ਹੁੰਦਾ, ਉਹ ਲੀਵਸ ਦੁਆਰਾ ਟਰਾਂਸਪੋਰਟਡ ਹੁੰਦਾ ਬਾਈ ਦਾ ਵੈਸਲਸ ਵਿਚ ਰਨ ਲਾਈਕ ਪਾਈਪਸ। ਇਹ ਜਿਹੜੀਆਂ ਵੈਸਲਸ ਨੇ ਇੱਕ ਜਿਵੇਂ ਆਪਾਂ ਪਾਈਪਸ ਹੁੰਦੀਆਂ, ਪਾਈਪਸ ਦੇ ਤਰ੍ਹਾਂ ਦੇ ਲੱਗੀਆਂ ਹੁੰਦੀਆਂ ਨੇ ਥਰੂ ਆਊਟ ਦਾ ਰੂਟ, ਜੜ੍ਹਾਂ ਤੱਕ ਪੌਦੇ ਦੀਆਂ, ਅੱਗੇ ਸਟੈਮ ਤੱਕ। ਦਾ ਬ੍ਰਾਂਚਿਸ ਐਂਡ ਲੀਵਸ ਮਤਲਬ ਰੂਟਸ, ਸਟੈਮ, ਬ੍ਰਾਂਚਿਸ ਅਤੇ ਲੀਵਸ ਦੇ ਵਿਚਕਾਰ ਵੈਸਲਸ ਹੁੰਦੀਆਂ ਨੇ ਜਿਹੜੀਆਂ ਇੱਕ ਪਾਈਪ ਲਾਈਕ ਸਟਰਕਚਰ ਆ। ਉਹਦੇ ਥਰੂ ਵਾਟਰ ਅਤੇ ਮਿਨਰਲਸ ਨੇ ਜਿਹੜੇ ਐਬਜ਼ੋਰਬ ਕੀਤੇ ਹੋਏ ਰੂਟਸ ਦੁਆਰਾ ਉਹ ਟਰਾਂਸਪੋਰਟ ਹੁੰਦੇ ਆ ਸਾਰੇ ਪਲਾਂਟ ਨੂੰ। ਦੇ ਫॉर्म ए continuous paths or passes for nutrients to reach leaf। You will learn about transport of materials in plants in chapter 11। ਇਹਦੇ ਬਾਰੇ ਜ਼ਿਆਦਾ ਜਿਹੜੀ ਵਿਸਥਾਰ ਹੈ ਤੁਸੀਂ ਚੈਪਟਰ 11 ਦੇ ਵਿੱਚ ਪੜ੍ਹੋਗੇ। ਲੀਵਸ ਹੈਵ ਏ ਗ੍ਰੀਨ ਪਿਗਮੈਂਟ ਐਂਡ ਕਾਲਡ ਕਲੋਰੋਫਿਲ। ਹੁਣ ਜਿਹੜਾ ਲੀਵਸ ਦੇ ਵਿੱਚ ਗ੍ਰੀਨ ਪਿਗਮੈਂਟ ਹੁੰਦਾ, ਹਰੇ ਰੰਗ ਦਾ ਪਦਾਰਥ ਹੁੰਦਾ, ਉਸ ਨੂੰ ਕਲੋਰੋਫਿਲ ਕਹਿੰਦੇ ਆ। ਇਹ ਜਿਹੜਾ ਕਲੋਰੋਫਿਲ ਕੀ ਕਰਦਾ, ਇਟ ਹੈਲਪਸ ਲੀਵਸ ਟੂ ਕੈਪਚਰ ਐਨਰਜੀ ਆਫ ਦਾ ਸਨਲਾਈਟ। ਇਹ ਜਿਹੜਾ ਕਲੋਰੋਫਿਲ ਹੁੰਦਾ ਇਹ ਪੌਦੇ ਦੀ ਮਦਦ ਕਰਦਾ ਸਨਲਾਈਟ ਨੂੰ ਕੈਪਚਰ ਕਰਨ ਦੀ, ਸੂਰਜ ਦੀ ਰੋਸ਼ਨੀ ਨੂੰ ਕੈਪਚਰ ਕਰਨ ਲਈ। ਦਿਸ ਐਨਰਜੀ ਇਜ਼ ਯੂਜ਼ਡ ਟੂ ਸਿੰਥੇਸਾਈਜ਼ ਫੂਡ ਫਰੋਮ ਕਾਰਬਨ ਡਾਈਆਕਸਾਈਡ ਐਂਡ ਵਾਟਰ। ਇਹ ਜਿਹੜੀ ਸਿੰਥੇਸਾਈਜ਼ ਕਰਦੇ ਨੇ, ਸਨਲਾਈਟ ਨੂੰ ਯੂਜ਼ ਕਰਦੇ ਨੇ ਜਾਂ ਅਬਜ਼ੋਰਬ ਕਰਦੇ ਨੇ, ਇਹ ਕਾਰਬਨ ਡਾਈਆਕਸਾਈਡ ਅਤੇ ਵਾਟਰ ਦੀ ਹੈਲਪ ਦੇ ਨਾਲ ਐਨਰਜੀ ਬਣਾਉਣ ਦੇ ਲਈ ਜਾਂ ਫੂਡ ਬਣਾਉਣ ਦੇ ਵਿੱਚ ਹੈਲਪ ਹੁੰਦੀ ਆ। ਸੈਂਸ ਦਾ ਸਿੰਥੇਸਾਈਜ਼ ਆਫ ਫੂਡ ਅਕਰਸ ਇਨ ਪ੍ਰੈਜ਼ੈਂਸ ਆਫ ਸਨਲਾਈਟ। ਸੋ ਜਿਹੜੀ ਫੂਡ ਦੀ ਸਿੰਥੇਸਾਈਜ਼ ਆ, ਫੂਡ ਦਾ ਬਣਨਾ ਹੈ ਪਲਾਂਟਸ ਦੇ ਵਿੱਚ, ਉਹ ਸੂਰਜ ਦੀ ਮੌਜੂਦਗੀ ਵਿੱਚ ਹੁੰਦਾ। ਐਂਡ ਇਟ ਇਜ਼ ਕਾਲਡ ਏ ਫੋਟੋਸਿੰਥੇਸਿਸ। ਇਹ ਸਾਰੀ ਪ੍ਰੋਸੈਸ ਨੂੰ ਅਸੀਂ ਫੋਟੋਸਿੰਥੇਸਿਸ ਕਹਿੰਦੇ ਆ। ਫੋਟੋਸ ਮਤਲਬ ਲਾਈਟ, ਸਿੰਥੇਸਾਈਜ਼ ਟੂ ਕੰਬਾਈਨ। ਸੋ ਵੀ ਫਾਈਂਡ ਦੈਟ ਕਲੋਰੋਫਿਲ, sunlight, carbon dioxide and water are necessary to carry out the process of photosynthesis। ਸੋ ਫੋਟੋਸਿੰਥੇਸਿਸ ਕਿਰਿਆ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਦਾ ਜ਼ਰੂਰੀ ਆ? ਇੱਕ ਨੰਬਰ ਕਲੋਰੋਫਿਲ, ਸਨਲਾਈਟ, ਕਾਰਬਨ ਡਾਈਆਕਸਾਈਡ ਐਂਡ ਵਾਟਰ। ਇਟ ਇਜ਼ ਅ ਯੂਨੀਕ ਪ੍ਰੋਸੈਸ ਇਹ ਔਨ ਦਾ ਅਰਥ ਧਰਤੀ ਦੇ ਉੱਪਰ ਜਿਹੜੀ ਫੋਟੋਸਿੰਥੇਸਿਸ ਦਾ ਇੱਕ ਵਿਲੱਖਣ, ਯੂਨੀਕ ਹੁੰਦਾ, ਵਿਲੱਖਣ ਪ੍ਰੋਸੈਸ ਕਿਰਿਆ ਹੈ। ਸੋਲਰ ਐਨਰਜੀ ਇਜ਼ ਕੈਪਚਰਡ ਬਾਈ ਲੀਵਸ ਐਂਡ ਸਟੋਰਡ ਇਨ ਪਲਾਂਟ ਇਨ ਫਾਰਮ ਆਫ ਫੂਡ। ਜਿਹੜੀ ਸੂਰਜੀ ਊਰਜਾ ਹੈ, ਸੋਲਰ ਐਨਰਜੀ, ਇਹ ਲੀਵਸ ਦੁਆਰਾ ਕੈਪਚਰ ਕੀਤੀ ਜਾਂਦੀ ਆ ਅਤੇ ਫੂਡ ਦੇ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦੀ ਆ। ਦ ਸਨ ਇਜ਼ ਦਾ ਅਲਟੀਮੇਟ ਸੋਰਸ ਆਫ ਐਨਰਜੀ ਫਾਰ ਆਲ ਲਿਵਿੰਗ ਆਰਗੈਨਿਜ਼ਮ। ਇਸ ਲਈ ਜਿਹੜਾ ਸਨ ਆ ਇਹ ਇੱਕ ਮੁੱਖ ਸੋਮਾ ਹੈ ਲਿਵਿੰਗ ਆਰਗੈਨਿਜ਼ਮਸ ਦਾ, ਮਤਲਬ ਐਨਰਜੀ ਦਾ ਇੱਕ ਮੁੱਖ ਸੋਮਾ। ਕੈਨ ਯੂ ਇਮੈਜਨ ਲਾਈਫ ਔਨ ਅਰਥ ਇਨ ਐਬਸੈਂਸ ਆਫ ਫੋਟੋਸਿੰਥੇਸਿਸ। ਕੀ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਫੋਟੋਸਿੰਥੇਸਿਸ ਤੋਂ ਬਿਨਾਂ ਧਰਤੀ ਦੇ ਉੱਪਰ ਵੀ ਜ਼ਿੰਦਗੀ ਸੰਭਵ ਹੈ? ਮੇਰੇ ਖਿਆਲ ਸ਼ਾਇਦ ਨਹੀਂ। ਇਨ ਦਾ ਐਬਸੈਂਸ ਆਫ ਫੋਟੋਸਿੰਥੇਸਿਸ ਦੇਅਰ ਵੁੱਡ ਨਾਟ ਬੀ ਐਨੀ ਫੂਡ। ਜੇ ਫੋਟੋਸਿੰਥੇਸਿਸ ਨਹੀਂ ਹੋਵੇਗੀ ਤਾਂ ਧਰਤੀ ਦੇ ਉੱਪਰ ਕੋਈ ਵੀ ਭੋਜਨ ਨਹੀਂ ਹੋਏਗਾ। The survival of almost all living organisms directly or indirectly depends upon a food made by plants। ਸੋ ਜਿਹੜਾ ਸਰਵਾਈਵਲ ਆ ਲਿਵਿੰਗ ਆਰਗੈਨਿਜ਼ਮਸ ਦਾ, ਜਿਉਂਦੇ ਰਹਿਣਾ, ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਪਲਾਂਟਸ 'ਤੇ ਡਿਪੈਂਡ ਕਰਦਾ। ਬਿਸਾਈਡਸ ਆਕਸੀਜਨ ਵਿਚ ਐਸੈਂਸ਼ੀਅਲ ਫਾਰ ਸਰਵਾਈਵਲ। ਦੂਸਰੇ ਪਾਸੇ ਜਿਹੜੀ ਆਕਸੀਜਨ ਆ, ਜਿਹੜੇ ਸਾਡੇ ਜਿਉਂਦੇ ਰਹਿਣ ਦੇ ਲਈ ਇੱਕ ਜ਼ਰੂਰੀ ਹੈ, ਸਾਰੇ ਲਿਵਿੰਗ ਆਰਗੈਨਿਜ਼ਮ ਦੇ ਲਈ ਜ਼ਰੂਰੀ ਆ। ਇਟ ਇਜ਼ ਪ੍ਰੋਡਿਊਸਡ ਡਿਊਰਿੰਗ ਫੋਟੋਸਿੰਥੇਸਿਸ। ਇਹ ਵੀ ਫੋਟੋਸਿੰਥੇਸਿਸ ਦੁਆਰਾ ਹੀ ਬਣਦੀ ਆ। In the absence of photosynthesis, life would be impossible on Earth. During photosynthesis, chlorophyll contains cells of leaves. In presence of sunlight, use carbon dioxide and water to synthesize carbon dioxide.
द प्रोसैस कैन बी रिप्रजेंटेड एज एन इक्वेशन। ये जी फोटोसिंथेसिस प्रोसैस होंगी है वो आ इक्वेशन आ, कार्बन डाइऑक्साइड प्लस वाटर इन दी प्रेजेंस ऑफ, मतलब दोनों चीज़ां जो मिक्स होंदियां ने सूरज की रोशनी और क्लोरोफिल की मौजूदगी दे विच काहदे विच कन्वर्ट होंदियां ने, कार्बोहाइड्रेट प्लस ऑक्सीजन। कार्बोहाइड्रेट एनर्जी आ, फूड आ, ते ऑक्सीजन जिन्होंने असी यूज़ करते हैं रेस्पिरेशन के लिए। आ सारा देखो बेटे, आ है लीफ का स्ट्रक्चर स्टोमेटा का, ठीक है। ये लीफ आ, लीफ के विच आ तुहानूं क्लोरोफिल शो किए हुए हैं, आ गार्ड सैल्स ने जिहड़े, आ है स्टोमेटा। स्टोमेटा की होंदे ने, टाइनी पोर्स प्रेजेंट इन लोअर सरफेस ऑफ लीव्स विच हेल्प्स इन एक्सचेंज ऑफ गैसिस। ये गैसिस किहड़ी एक्सचेंज होंदियां ने, ऑक्सीजन एंड कार्बन डाइऑक्साइड। इत्थे एक तुहानूं आ लीफ आ, लीफ दे विच दिखाया स्टोमेटा, स्टोमेटा का अंदरला स्ट्रक्चर आ, राइट। दिस इज़ ए प्रोसैस ऑफ फोटोसिंथेसिस। एक ये प्लांट आ सूरज की मौजूदगी विच लाइट एनर्जी नूं ऑबटेन करता, कार्बन डाइऑक्साइड ऑक्सीजन की हैल्प के नाल क्लोरोफिल एंड वाटर मिनरल्स ये सारे एब्जॉर्ब होंदा रूट्स द्वारा। ड्यूरिंग द प्रोसैस ऑक्सीजन रिलीज्ड, द कार्बोहाइड्रेट्स अल्टीमेटली गेट कन्वर्टेड इनटू स्टार्च। इस प्रोसैस के दौरान फोटोसिंथेसिस नाल ऑक्सीजन रिलीज होंदी आ, पैदा होंदी आ, ते जिहड़ी कार्बोहाइड्रेट आ वो हौली हौली स्टार्च दे विच कन्वर्ट बदल जाती है। प्रेजेंस ऑफ स्टार्च इन लीव्स इंडिकेट्स द अकरेंस ऑफ फोटोसिंथेसिस। द स्टार्च इज़ आल्सो ए कार्बोहाइड्रेट। जी एक स्टार्च आ, ये भी एक कार्बोहाइड्रेट का ही रूप है। इस तरह एक एक्टिविटी है, इसमें समझने के लिए भी ये किया कि टेक 2 पॉटेड प्लांट्स ऑफ सेम काइंड। 2 गमले होए, गमले विच लगे जे इक्को जे पौधे लेने आ, कीप 1 इन डार्क फॉर 72 आवर्स। हुण इहदे विचों एक नूं 72 घंटे के लिए तुसीं डार्क विच रख लेना, जिहड़ा अदर आ उसनूं की करना, इहनूं सनलाइट च रखना। परफॉर्म आयोडीन टेस्ट विद लीव्स ऑफ बोथ प्लांट्स एज यू डिड इन क्लास 6। एक आयोडीन टेस्ट करना आयोडीन सोल्यूशन के नाल, उस तो बाद अपना रिकॉर्ड चैक करना, तो तुसीं की देखोगे कि नाउ लीव्स स्पॉटेड विच आर अर्लीयर कैप्ट इन डार्क इन सनलाइट फॉर 3 to 4 days। ਜਿਹੜੇ ਤੁਸੀਂ पौधे ਨੂੰ 72 घंटे ਲਈ ਹਨੇਰੇ कमरे 'ਚ ਰੱਖਿਆ ਸੀ, ਉਹਨੂੰ ਜਦੋਂ ਤੁਸੀਂ मतलब देखना है, जोड़ा सनलाइट च रखिया उन्होंने 3 to 4 डेज़, तो हनेरे वाले कमरे में भी 3 to 4 डेज़। तो फिर तुसी की करना, आयोडीन टेस्ट तो बाद की देखोगे कि जोड़ा लीव्स का कलर चेंज हो जाता। अपनी जी ऑबजरवेशनस नोट करनिया ने। द लीव्स अदर दैन ग्रीन आल्सो हैव क्लोरोफिल। ਜਿਹੜੇ हरे रंग तो भी अलग ਦੇ पौधे लीव्स ਹੁੰਦੇ ਆ, ਉਹਨਾਂ ਦੇ ਵਿੱਚ ਵੀ क्लोरोफिल ਹੁੰਦਾ। लार्ज अमाउंट ऑफ रैड ब्राउन एंड अदर पिगमेंट्स मास्क द ग्रीन कलर। फोटोसिंथेसिस टेक्स प्लेस इन दीज लीव्स आल्सो। ਜਿਹੜੇ मतलब आ देखो कुछ होर ग्रीन तो बिना कुछ होर आ लीव्स ने, ठीक है, शेडड ने, रैड जिहा थोड़ा ब्राउन जिहा, दैन इन्हां विच भी क्लोरोफिल प्रेजेंट होंदी है। यू ऑफन शी स्लिमी ग्रीन पैचेस इन पॉन्ड्स और अदर स्टैगनेंट वाटर बॉडीज़। कई बार तुसीं देखिया कि पतले पतले जिहड़े बरीक जे हुंदे ने ग्रीन पैचेस पॉन्ड्स जां होर खड़े हुए पानी दे बॉडी दे विच तुहानूं शो दिखाई दिंदे आ। दीज आर जनरली फॉर्मड बाई ग्रोथ ऑफ ऑर्गेनिज्म। ये जिहड़े ग्रीन पैचेस जां पतले पतले तुहानूं खड़े हुए पानी दे विच वाटर बॉडीज़ दे विच नज़र आउंदे आ, असल विच ये की हुंदे ने, ये ऑर्गेनिज्म हुंदे आ जिन्हां नूं असीं एल्गी कहने आ। कैन यू गैस वाई एल्गी आर ग्रीन इन कलर? दे कंटेन क्लोरोफिल। ये जिहड़ा एल्गी आ ग्रीन कलर दे क्यों हुंदे आ? क्योंकि इन्हां दी बॉडी विच भी क्लोरोफिल हुंदा, विच गिव्स दैम द ग्रीन कलर, जिहदे करके इसनूं ग्रीन कलर हरा रंग प्रोवाइड हुंदा। एल्गी कैन आल्सो प्रिपेयर देयर ओन फूड बाई द फोटोसिंथेसिस। एल्गी भी अपना भोजन खुद बना सकती है। हाँ भी बेटे, ये सी पहले चैप्टर की शुरुआत जिन्ना थानू मैं कराया। बाकी आप अगली वीडियो के करांगे। मैंने तुसीं अपने ग्रुप के रिप्लाई जरूर करना कि थानू ये जोड़ा ही चैप्टर मैं समझाया कि समझ आ गया, कोई प्रॉब्लम है तो मैनू जरूर शेयर करना मेरे नाल, ठीक है। ओके बेटे, ध्यान नाल इसनूं वॉच करना, तो जोड़ा रिटन वर्क दिता है उसनूं कापी दे नाल नोट करना।